पिता एकस के हम बालक, तू मेरा गुरहाई, तू मेरा गुरहाई। एक पिता एकस के हम बालक, तू मेरा गुरहाई, तू मेरा गुरहाई। सुन मीता, सुन मीता, सुन मीता, सुन मीता, जियो हमारा बल बल जासी, हर दर्शन दे हो दिखाई, हर दर्शन दे हो दिखाई। एक पिता एकस के हम बालक, तू मेरा गुरहाई, तू मेरा गुरहाई। सुन मीता, सुन मीता, सुन मीता, सुन मीता, दूरी को बल जाए, ये मन तेरा भाई, ये मन तेरा भाई। एक पिता एकस के हम बालक, तू मेरा गुरहाई, तू मेरा गुरहाई। पाँव मलोवा मल मल धोवा, पाँव मलोवा मल मल धोवा, ए मन तैको देसा, ए मन तैको देसा, ए मन तैको देसा। सुन मीता, सुन मीता, सुन मीता, सुन मीता, औ तेरी शरणाई आया, प्रभ मिलो उपदेसा, प्रभ मिलो उपदेसा। एक पिता एकस के हम बालक, तू मेरा गुरहाई, तू मेरा गुरहाई। एक पिता एकस के हम बालक, तू मेरा गुरहाई, तू मेरा गुरहाई। मान न की जय
सुन मीता सुन मीता सुन मीता सुन मीता जियो पिंड सब तन अर्पीजै क्यों दर्शन हार जियो के हम बारक तू मेरा गुर भाई तू मेरा गुर भाई एक पिता एक के हम बारक तू मेरा गुर भयो अनुग्रह प्रसाद संतन के भयो अनुग्रह प्रसाद संतन के हर नामा है मीठा हर नामा है मीठा हर नामा है मीठा जन नानक को गुर कृपा धारी जन नानक को गुर कृपा धारी सब अकल निरंजन दीठा सब अकल निरंजन दीठा सब अकल निरंजन दीठा एक पिता एकस के हम बारक तू मेरा गुर भाई तू मेरा गुर भाई एक पिता एकस के हम बारक तू मेरा गुर भाई तू मेरा गुर भाई सुन मीता सुन मीता सुन मीता सुन मीता जियो हमारा बल बल जासी हर दर्शन दे हो दिखाई हर दर्शन दे हो दिखाई एक पिता एकस के हम बारक तू मेरा गुर भाई तू मेरा गुर भाई तू मेरा गुर भाई तू मेरा गुर गुरु प्यारी साध संगत जी मन बिरतियां नूं इकागर करो।
ਆਪਣੀ ਰਸਮ ਨੂੰ ਪਵਿੱਤਰ ਕਰੋ। ਕਹੋ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ। ਜਿੱਥੇ ਵੀ ਆਪ ਸੱਜੇ ਹੋ ਆਪਣੇ ਆਪਣੇ ਘਰਾਂ ਦੇ ਅੰਦਰ ਜੋ ਮਨ ਦੀ ਭਾਵਨਾ ਹੈ, ਮਨ ਦੀ ਭਾਵਨਾ ਐਸੀ ਬਣਾਣੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਬੈਠੇ ਹਾਂ। ਕਹਿ ਦੋ ਵਾਹਿਗੁਰੂ ਵਾਹਿਗੁਰੂ। ਇੱਕ ਸਮੇਂ ਦੀ ਨਜ਼ਾਕਤ ਹੈ। ਕਿਸ ਨੇ ਸੋਚਿਆ ਸੀ ਇਸ ਤਰ੍ਹਾਂ ਕਿ ਇੱਕ ਐਸਾ ਸਮਾਂ ਆਏਗਾ, ਇਹ ਜੋ ਸਤਸੰਗ ਨੇ ਇਹ ਵੀ ਆਨਲਾਈਨ ਹੋਣਗੇ, ਬੱਚਿਆਂ ਦੀ ਪੜ੍ਹਾਈਆਂ ਵੀ ਆਨਲਾਈਨ ਹੋਣਗੀਆਂ, ਫੈਕਟਰੀਆਂ ਦੇ ਕੰਮ, ਆਫਿਸਾਂ ਦੇ ਕੰਮ ਉਹ ਵੀ ਬੈਠ ਕੇ ਆਨਲਾਈਨ ਕੀਤੇ ਜਾਣਗੇ। ਆਪਣੇ ਆਪਣੇ ਘਰਾਂ ਦੇ ਅੰਦਰ ਬੈਠ ਕੇ ਆਪਾਂ ਇਹ ਕੰਮ ਕਰਾਂਗੇ। ਤੇ ਉਸ ਦਾ ਕਾਰਨ ਕੀ ਬਣਿਆ ਪਿਆਰੀ ਸਾਧ ਸੰਗਤ? ਇੱਕ ਛੋਟਾ ਜਿਹਾ ਵਾਇਰਸ। ਕਹਿ ਦੋ ਵਾਹਿਗੁਰੂ ਵਾਹਿਗੁਰੂ। ਮੈਂ ਹੈਰਾਨ ਹੋ ਰਿਹਾ ਸੀ ਪਿਆਰੀ ਸਾਧ ਸੰਗਤ, ਅੱਜ ਤੋਂ ਕੁਝ ਦਿਨ ਪਹਿਲੇ ਇੱਕ ਵਿਦਵਾਨ ਆਦਮੀ ਦੇ ਮੈਂ ਉਸ ਦੇ ਵਿਚਾਰ ਪੜ੍ਹੇ ਕਿ ਇਹ ਜੋ ਵਾਇਰਸ ਹੈ, ਵਾਇਰਸ ਜਦੋਂ ਪੂਰੇ ਵਰਲਡ ਦੇ ਅੰਦਰ ਨਾ 10 ਲੱਖ ਆਦਮੀਆਂ ਉੱਤੇ ਇਹ ਵਾਇਰਸ ਆਪਣਾ ਇਫੈਕਟ ਕਰ ਚੁੱਕਿਆ ਸੀ, ਉਸ ਦਿਨ ਉਸਦੀ ਕੈਲਕੂਲੇਸ਼ਨ ਕੀਤੀ। ਕੈਲਕੂਲੇਸ਼ਨ ਦੇ ਵਿੱਚ ਉਹ ਕਹਿਣ ਲੱਗਾ ਕਿ ਇੱਕ ਆਦਮੀ ਦੇ ਅੰਦਰ ਜਦੋਂ 70,000 ਵਾਇਰਸ ਹੁੰਦੇ ਨੇ ਨਾ, ਉਸ ਤੋਂ ਬਾਅਦ ਉਹਦੀ ਜੋ ਰਿਪੋਰਟ ਹੈ ਪੋਜ਼ਿਟਿਵ ਆਉਂਦੀ ਹੈ। 10 ਲੱਖ ਆਦਮੀਆਂ ਦੇ ਅੰਦਰ 70,000 ਵਾਇਰਸ ਇੱਕ ਆਦਮੀ ਦੇ ਅੰਦਰ ਹੋਣ, ਉਹਨਾਂ ਦਾ ਟੋਟਲ ਜਿਤਨਾ weight ਆਪਾਂ ਕਰੀਏ ਨਾ ਪਿਆਰੀ ਸਾਧ ਸੰਗਤ, ਉਹਨਾਂ ਦਾ weight ਬਣਦਾ ਜੀ 2 ਗ੍ਰਾਮ। ਕਹਿ ਦੋ ਵਾਹਿਗੁਰੂ ਵਾਹਿਗੁਰੂ। 2 ਗ੍ਰਾਮ ਉਹਨਾਂ ਦਾ weight ਬਣਦਾ ਹੈ। ਹੁਣ 2 ਗ੍ਰਾਮ weight ਨੇ ਪੂਰੇ ਦੇ ਪੂਰੇ ਵਰਲਡ ਨੂੰ ਘੁਮਾ ਕੇ ਰੱਖ ਦਿੱਤਾ। ਇਹ ਹੈ ਪ੍ਰਮਾਤਮਾ ਦੀ ਪਾਵਰ, ਇਹ ਹੈ ਪ੍ਰਮਾਤਮਾ ਦੀ ਤਾਕਤ, ਜਿਸ ਦੇ ਬਾਰੇ ਸਾਨੂੰ ਗੁਰੂ ਜੀ ਬਾਰ-ਬਾਰ ਕਹਿੰਦੇ ਨੇ ਕਿ ਉਹ ਪ੍ਰਮਾਤਮਾ ਬੇਅੰਤ ਹੈ। ਤੂੰ ਬੇਅੰਤ ਕੋ ਵਿਰਲਾ ਜਾਣੇ। ਉਹ ਪਰਮਾਤਮਾ ਕੀ ਕਰ ਸਕਦਾ ਹੈ? ਆਦਮੀ ਨੂੰ ਫਰਕ ਦਾ ਪਤਾ ਨਹੀਂ ਲੱਗਦਾ ਕਿ ਆਦਮੀ ਕਹਿੰਦਾ ਕੋਈ ਗੱਲ ਨਹੀਂ ਜੀ 19-21 ਦਾ ਫਰਕ ਹੈ। ਬਸ ਫਰਕ ਕੇਵਲ ਇਤਨਾ ਹੁੰਦਾ ਹੈ ਜਦੋਂ ਆਦਮੀ ਉਸ ਪਰਮਾਤਮਾ ਕੋ ਮੁਨਕਰ ਹੋ ਜਾਂਦਾ ਹੈ ਪਿਆਰੀ ਸਾਧ ਸੰਗਤ, ਫਿਰ ਪਰਮਾਤਮਾ ਆਪਣਾ ਕੋਈ ਨਾ ਕੋਈ ਆਪਣੀ ਪਾਵਰ ਉਸ ਨੂੰ ਵਿਖਾ ਦਿੰਦਾ ਹੈ ਕਿ ਪਿਆਰਿਆ ਤੂੰ ਸੋਚਦਾ ਕੀ ਹੈ ਤੇ ਮੈਂ ਕੀ ਕਰ ਸਕਦਾ ਹਾਂ। ਅੱਜ ਆਪਾਂ ਬੈਠੇ ਹਾਂ ਆਪਣੇ ਆਪਣੇ ਘਰਾਂ ਦੇ ਅੰਦਰ। ਮੈਂ ਸਮਝਦਾ ਕਿ ਇਹ ਵੀ ਇੱਕ ਤਰੀਕਾ ਹੈ ਪਿਆਰੀ ਸਾਧ ਸੰਗਤ। ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਸੀ ਨਾ, ਮੈਂ ਗੱਲ ਕੇਵਲ ਇਹੀ ਕਹਿਣਾ ਚਾਹੁੰਦਾ ਸੀ ਕਿ ਆਪਣੇ ਘਰਾਂ ਵਿੱਚ ਜਿੱਥੇ ਜਿੱਥੇ ਬੈਠੇ ਹੋ ਮਨ ਬਿਰਤਿਆਂ ਨੂੰ ਇਸ ਤਰ੍ਹਾਂ ਇਕਾਗਰ ਕਰੋ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਅਸੀਂ ਬੈਠ ਕੇ ਤੇ ਅਸੀਂ ਸਤਸੰਗ ਸ਼ਰਵਣ ਕਰ ਰਹੇ ਹਾਂ। ਕਹਿ ਦਿਓ ਵਾਹਿਗੁਰੂ ਵਾਹਿਗੁਰੂ। ਸ਼ਬਦ ਆਪਾਂ ਪੜ੍ਹਿਆ ਪੰਜਵੇਂ ਪਾਤਸ਼ਾਹ ਜੀ ਦਾ, ਏਕ ਪਿਤਾ ਏਕਸ ਕੇ ਹਮ ਬਾਰਿਕ। ਗੁਰੂ ਘਰ ਦਾ ਇੱਕ ਸਿਧਾਂਤ ਹੈ, ਕੇਵਲ ਗੁਰੂ ਘਰ ਦਾ ਨਹੀਂ, ਮੰਨਦੇ ਜਿਤਨੇ ਵੀ ਧਰਮ ਨੇ ਨਾ, ਸਾਰੇ ਧਰਮ ਇਸ ਗੱਲ ਨੂੰ ਮੰਨਦੇ ਨੇ ਕਿ ਪਰਮਾਤਮਾ ਇੱਕ ਹੈ। ਹੁਣ ਜਿਹੜੇ ਅੱਲਾ ਨੂੰ ਮੰਨਦੇ ਨੇ ਨਾ, ਉਹ ਕਹਿੰਦੇ ਕਿ ਬਸ ਜਿਹੜੇ ਅੱਲਾ ਨੂੰ ਮੰਨਦੇ ਨੇ ਉਹ ਤੇ ਬੰਦੇ ਨੇ, ਬਾਕੀ ਸਾਰੇ ਕਾਫਰ ਨੇ। ਹਿੰਦੂ ਮਤ ਦੇ ਅੰਦਰ, ਸਾਡੇ ਸਨਾਤਨ ਮਤ ਦੇ ਅੰਦਰ ਇੱਕ ਪਰਮਾਤਮਾ ਨੂੰ, ਉਸ ਨੂੰ ਆਪਾਂ ਰਾਮ ਕਹਿ ਲਈਏ, ਉਸ ਨੂੰ ਹਰੀ ਕਹਿ ਲਈਏ, ਉਸ ਨੂੰ ਗੋਪਾਲ ਕਹਿ ਲਈਏ, ਇਹ ਉਸ ਨੂੰ ਮੰਨਿਆ ਜਾਂਦਾ ਹੈ। ਤੇ ਸਿੱਖ ਮਤ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮੰਨਿਆ ਜਾਂਦਾ ਹੈ। ਮੁਸਲਮਾਨ ਮਤ ਦੇ ਅੰਦਰ ਉਸ ਗੋਡ ਨੂੰ ਮੰਨਿਆ ਜਾਂਦਾ ਹੈ ਕੇਵਲ ਇੱਕੋ ਪਰਮਾਤਮਾ। ਪਰਮਾਤਮਾ ਕੇਵਲ ਇੱਕ ਹੈ ਪਿਆਰੀ ਸਾਧ ਸੰਗਤ। ਅਗਰ ਹਿੰਦੂਆਂ ਦਾ ਅਲੱਗ ਹੁੰਦਾ, ਮੁਸਲਮਾਨਾਂ ਦਾ ਅਲੱਗ ਹੁੰਦਾ, ਕ੍ਰਿਸਚੀਅਨ ਜਾਂ ਯਹੂਦੀਆਂ ਦਾ ਅਲੱਗ ਹੁੰਦਾ ਨਾ ਪਿਆਰੀ ਸਾਧ ਸੰਗਤ, ਫਿਰ ਉਹਨਾਂ ਦੇ ਵਾਸਤੇ ਆਕਾਸ਼ ਵੀ ਅਲੱਗ ਹੁੰਦਾ, ਉਹਨਾਂ ਦੇ ਵਾਸਤੇ ਇਹ ਧੁੱਪ ਵੀ ਅਲੱਗ ਨਿਕਲਦੀ, ਉਹਨਾਂ ਦੇ ਵਾਸਤੇ ਧਰਤੀ ਵੀ ਕੋਈ ਹੋਰ ਹੁੰਦੀ, ਇਹ ਹਵਾ ਵੀ ਉਹਨਾਂ ਦੇ ਵਾਸਤੇ ਇੱਕੋ ਚੱਲਦੀ। ਹੁਣ ਆਪਾਂ ਕਰਦੇ ਹਾਂ ਕੀ ਪਿਆਰੀ ਸਾਧ ਸੰਗਤ? ਅਗਰ 4 ਆਦਮੀ ਬੈਠੇ ਨੇ ਨਾ, ਇੱਕ ਹਿੰਦੂ ਬੈਠਾ ਹੈ, ਇੱਕ ਮੁਸਲਮਾਨ ਬੈਠਾ ਹੈ, ਇੱਕ ਸਿੱਖ ਬੈਠਾ ਹੈ, ਇੱਕ ਈਸਾਈ ਬੈਠਾ ਹੈ, ਜਿਸ ਹਵਾ ਦੇ ਵਿੱਚੋਂ ਅਸੀਂ ਸਾਹ ਲੈ ਰਹੇ ਹਾਂ ਨਾ, ਉਹ ਹਵਾ ਕੇਵਲ ਤੇ ਪ੍ਰਮਾਤਮਾ ਦੀ ਹੈ। ਤੇ ਗੁਰੂ ਜੀ ਨੇ ਪਿਆਰੀ ਸਾਧ ਸੰਗਤ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰ ਹਾਈ। ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹ ਦਿਖਾਈ। 2 ਮਿੱਤਰ ਬੈਠੇ ਨੇ, ਉਹ ਆਪਸ ਵਿੱਚ ਗੱਲ ਕਰ ਰਹੇ ਨੇ।
ਗੁਰਸਿੱਖ ਨੇ ਇੱਕ ਬਿਲਕੁਲ ਨਿਮਾਣਾ ਹੈ, ਉਹ ਜਾਣਦਾ ਕਿ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ। ਹੁਣ ਉਹ ਆਪਣੇ ਮਿੱਤਰ ਨੂੰ ਬੇਨਤੀ ਕਰ ਰਿਹਾ ਹੈ, ਕੀ ਕਹਿ ਰਿਹਾ ਹੈ ਕਿ ਸੁਣ ਮੀਤਾ, ਜਿਉ ਹਮਾਰਾ ਬਲ ਬਲ ਜਾਸੇ, ਹਰ ਦਰਸ਼ਨ ਦੇਹੋ ਦਿਖਾਈ। हे ਮੇਰੇ ਮਿੱਤਰ, ਤੂੰ ਮੈਨੂੰ ਪਰਮਾਤਮਾ ਦੇ ਨਾਲ ਮਿਲਾ ਦੇ, ਉਸ ਪਰਮਾਤਮਾ ਦੇ ਦਰਸ਼ਨ ਕਰਾ ਦੇ। ਮੈਂ ਜੋ ਹੈ ਮੈਂ ਤੇਰੇ ਤੋਂ ਬਲਿਹਾਰ ਜਾਵਾਂਗਾ, ਮੈਂ ਤੇਰੇ ਤੋਂ ਕੁਰਬਾਨ ਜਾਵਾਂਗਾ। ਇੱਕ ਬੇਨਤੀ ਕਰਾਂ ਪਿਆਰੀ ਸਾਧ ਸੰਗਤ ਜੀ, ਜਦੋਂ ਆਪਾਂ ਕੋਈ ਸਤਸੰਗ ਸੁਣਨੇ ਆ ਨਾ, ਸਤਸੰਗ ਦੇ ਅਗਰ ਗੱਲ ਕੀਤੀ ਜਾਂਦੀ ਹੈ ਨਾ, ਉੱਥੇ ਕੋਈ ਵਪਾਰ ਦੀ ਗੱਲ ਨਹੀਂ, ਉੱਥੇ ਕੋਈ ਬਿਜ਼ਨਸ ਦੀ ਗੱਲ ਨਹੀਂ, ਉੱਥੇ ਕੇਵਲ ਤੇ ਕੇਵਲ ਇੱਕ ਪਰਮਾਤਮਾ ਦੀ ਗੱਲ, ਉਸ ਪਰਮਾਤਮਾ ਦੀ ਗੱਲ, ਉਸ ਪਰਮਾਤਮਾ ਦੇ ਗੁਣਾਂ ਦਾ ਜ਼ਿਕਰ ਉੱਥੇ ਕੀਤਾ ਜਾਂਦਾ ਹੈ। ਉੱਥੇ ਹੋਰ ਕਿਸੇ ਤਰ੍ਹਾਂ ਦੀ ਕੋਈ ਜੁਗਤੀ ਨਹੀਂ ਸਿਖਾਈ ਜਾਂਦੀ। ਅਗਰ ਸਿਖਾਇਆ ਜਾਂਦਾ ਤੇ ਸਤ ਸੰਗ ਦੇ ਅੰਦਰ ਬੈਠ ਕੇ ਉਸ ਪਰਮਾਤਮਾ ਨੂੰ ਆਪਾਂ ਕਿਵੇਂ ਮਿਲ ਸਕਨੇ ਆ, ਬਸ ਇਹ ਤਰੀਕਾ ਦੱਸਿਆ ਜਾਂਦਾ ਹੈ। ਹੋਰ ਦੁਨੀਆ ਦੇ ਬੜੇ ਕੰਮ ਨੇ, ਆਪਾਂ ਕੇਵਲ ਸ਼ਬਦ ਪੜ੍ਹਦੇ ਆ ਕਿ ਰਾਜਨ ਮੈਂ ਰਾਜਾ ਉਰਝਾਇਓ, ਮਾਨਨ ਮੈਂ ਅਭਿਮਾਨੀ। ਕੋਈ ਰਾਜਾ ਹੈ ਨਾ, ਉਸ ਰਾਜੇ ਦੀ ਰੁਚि केवल अपने राज ਨੂੰ ਵਧਾਉਣ ਵਾਸਤੇ ਹੈ। अगर कोई मानी आदमी है, अभिमान करने वाला आदमी है, वो सोचते कि मेरा 4 आदमी मैनू जानते हो। कोई पंडित है, कोई विद्वान है, वो केवल विद्या की गल करता है, अपने अपने फील्ड के अंदर हर आदमी अपने आप को माहिर समझता है। बाकी गुरु ग्रंथ साहिब जी महाराज अंदर जिहड़ी भी गल की जाती है ना, उसके पीछे गल केवल ते केवल परमात्मा नूं मिलण दी गल की जाती है। कह दो वाहिगुरू। अज हाड़ दा महीना, अज संगरांद दा दिन, इस संगरांद के दिन दे विच भी मैं कई बार बेनती करना, ये जिहड़े मौसम बदलते ने ना, ये परमात्मा दा एक नियम है। ਆਪਾਂ ਦੇਖਨੇ ਆ ਸਾਇੰਸਦਾਨ ਸਾਨੂੰ ਦੱਸਦੇ ਨੇ, ਸਾਨੂੰ ਤੇ ਜਾਪਦਾ ਹੈ ਨਾ ਕਿ ਸੂਰਜ ਅੱਜ ਪੂਰਜ ਵਾਲੇ ਪਾਸੇ ਚੜਿਆ ਤੇ ਪੱਛਮ ਵਾਲੇ ਪਾਸੇ ਜਾ ਕੇ ਛੁਪ ਗਿਆ। ਸਾਇੰਸ ਇਸ ਗੱਲ ਨੂੰ ਨਹੀਂ ਮੰਨਦੀ ਪਿਆਰੀ ਸਾਧ ਸੰਗਤ। ਸਾਇੰਸ ਕਹਿੰਦੀ ਕਿ ਨਹੀਂ, ਸੂਰਜ ਇੱਕ ਜਗ੍ਹਾ ਤੇ ਖੜਾ ਹੈ, ਇਹ ਜੋ ਧਰਤੀ ਹੈ ਨਾ, ਇਹ ਧਰਤੀ ਘੁੰਮ ਰਹੀ ਹੈ ਤੇ ਧਰਤੀ ਦਾ ਜੋ ਆਕਾਰ ਹੈ ਇਹ ਬਿਲਕੁਲ ਅੰਡੇ ਦੀ ਤਰ੍ਹਾਂ ਹੈ। धरती दा जिहड़ी साइड सूरज दे सामने आ जाती है उत्थे दिन हो जाता है, जिहड़ी साइड ते चली जाती है उत्थे अंधेरा हो जाता है। धरती दे 2 पोर्शन ऐसे भी ने प्यारी साध संगत, साडे साइंसदान दसदे ने, आम लोकी भी इस गल नूं जाणदे ने, उत्थे 6 महीने दा दिन हुंदा है ते 6 महीने दी रात हुंदी है। हुण जिहड़ा धरती दा पार्ट सूरज दे बिल्कुल नज़दीक चला जाता है उत्थे गर्मी है, जिहड़ा दूर चला जाता है उत्थे सर्दी है। ये कुदरत का एक नियम है। 12 महीनों के अंदर वंड की है। साडे ऋषि मुनियां ते धार्मिक आदमियां ने, आगुआं ने, 1 साल के 12 महीने ने। ते गुरु ग्रंथ साहिब जी महाराज के अंदर 2 रागां के अंदर इस गल का जिक्र आउंदा है। पहला राग है मांग राग। उस मांझ राग दे अंदर गुरु जी उस परमात्मा नूं मिलन दा तरीका दसदे ने कि 12 महीनों के अंदर असीं उस परमात्मा दे नाल किवें मिलना है। एक राग है तुखारी। उस तुखारी राग दे अंदर भी परमात्मा नूं महीनिਆਂ वाइज मिलन दा तरीका दस्या गया। ते हुण की है, अज जिहड़ा महीना चढ़िया ना, ये चढ़िया हाड़ दा महीना। कह दो वाहिगुरू। ते गुरु जी कहंदे ने, आषाढ़ तपंदा तिस लगे, हर नाहन जिन्ना पास, जग जीवन पुरख त्याग कै, मानस संधि आस। अषाढ़ दा महीना, अत दी गर्मी दा महीना। गर्मी दे अंदर की हुंदा है प्यारी साध संगत, साडा शरीर तपदा है। उस तपश तो बचन दे वास्ते आदमी ने फिर कई उपराले किए। पुराने टाइम ते की हुंदा सी, ओ दरखत जिस दी छां थोड़ी संघनी हुंदी सी ना, उस दे नीचे आदमी जाके बैठ जाना, कपड़ा गिला करना, उसनूं अपने उत्ते पा लेना, बई गर्म हवा लगे, उनदे विचों ठंडक शरीर नूं महसूस होवे।
ਤੇ ਅੱਜ ਕੱਲ ਫਿਰ ਪੱਖੇ ਆ ਗਏ, ਅੱਜ ਕੱਲ ਫਿਰ ਕੂਲਰ ਆ ਗਏ, ਅੱਜ ਕੱਲ ਫਿਰ 에ਅਰ ਕੰਡੀਸ਼ਨ ਆ ਗਏ। ਇੱਕ ਬੇਨਤੀ ਕਰਾਂ ਪਿਆਰੀ ਸਾਧ ਸੰਗਤ, ਇਸ ਤਪਦੇ ਹੋਏ ਸਰੀਰ ਨੂੰ ਇਨ੍ਹਾਂ ਸਾਧਨਾਂ ਦੇ ਨਾਲ ਗਰਮੀ ਤੋਂ ਬਚਾਇਆ ਜਾ ਸਕਦਾ ਹੈ। ਬਾਕੀ ਜਿਹੜੀ ਗਰਮੀ ਸਾਡੇ ਮਨ ਦੇ ਅੰਦਰ ਹੈ ਨਾ, ਉਹ ਇਸ ਤਰੀਕੇ ਨਾਲ ਠੰਡੀ ਨਹੀਂ ਹੋ ਸਕਦੀ। ਗੁਰਬਾਣੀ ਵਿੱਚ ਗੁਰੂ ਜੀ ਕਹਿੰਦੇ ਨੇ ਕਿ ਆਸਾੜ ਤਪੰਦਾ ਤਿਸ ਲਗੇ, ਹਰ ਨਾਹੋ ਨਾ ਜਿੰਨਾ ਪਾਸ। ਆਸਾੜ ਦਾ ਮਹੀਨਾ ਉਹਨਾਂ ਜੀਵਾਂ ਨੂੰ ਤਪਿਆ ਹੋਇਆ ਲੱਗਦਾ ਹੈ, ਅੰਦਰ ਤੋਂ ਉਹ ਕਦੀ ਸ਼ਾਂਤ ਨਹੀਂ ਹੁੰਦੇ। ਬੇਸ਼ੱਕ ਬੈਠੇ ਨੇ 에ਅਰ ਕੰਡੀਸ਼ਨ ਦੇ ਅੰਦਰ, ਅੰਦਰ ਦੀ ਜਿਹੜੀ ਟੈਂਪਰੇਚਰ ਹੈ ਉਹ 20 ਡਿਗਰੀ ਤੱਕ ਵੀ ਕਿਉਂ ਨਾ ਹੋਵੇ, ਉਹਨਾਂ ਦੇ ਜਿਹੜੇ ਅੰਦਰ ਦੀ ਤਪਸ਼ ਹੈ ਨਾ, ਉਹ ਬੁਝ ਨਹੀਂ ਰਹੀ। ਤੇ ਅੰਦਰ ਕਿਹੜੀ ਤਪਸ਼ ਹੈ ਪਿਆਰੀ ਸਾਧ ਸੰਗਤ? ਉਹ ਤਪਸ਼ ਹੈ ਕ੍ਰੋਧ ਦੀ, ਉਹ ਤਪਸ਼ ਹੈ ਕਾਮ ਦੀ, ਉਹ ਤਪਸ਼ ਹੈ ਈਰਖਾ ਦੀ। ਈਰਖਾ ਦੇ ਨਾਲ ਆਦਮੀ ਜਲ ਰਿਹਾ, ਬੈਠਾ ਹੈ 에ਅਰ ਕੰਡੀਸ਼ਨ ਦੇ ਅੰਦਰ, ਦੂਸਰਿਆਂ ਨੂੰ ਵੇਖ ਕੇ ਜਲਨ ਹੋ ਰਹੀ ਹੈ, ਦੂਸਰਿਆਂ ਨੂੰ ਵੇਖ ਕੇ ਕ੍ਰੋਧ ਆ ਰਿਹਾ ਹੈ, ਦੂਸਰਿਆਂ ਨੂੰ ਵੇਖ ਕੇ ਗੁੱਸਾ ਆ ਰਿਹਾ ਹੈ ਕਿ ਫਲਾਣਾ ਆਦਮੀ ਇਹ ਕਿਉਂ ਕਰ ਗਿਆ, ਮੈਂ ਉੱਥੇ ਤੇ ਮੈਂ ਪਹੁੰਚਣਾ ਸੀ। ਇਹ ਜਿਹੜੀ ਈਰਖਾ ਦੀ ਅੱਗ ਹੈ ਨਾ ਪਿਆਰੀ ਸਾਧ ਸੰਗਤ, ਉਹ ਇਨਸਾਨ ਨੂੰ ਤਪਾ ਦਿੰਦੀ ਹੈ। 에ਅਰ ਕੰਡੀਸ਼ਨ ਅੰਦਰ ਬੈਠ ਕੇ ਵੀ ਇਨਸਾਨ ਸ਼ਾਂਤ ਨਹੀਂ ਰਹਿੰਦਾ। ਕਹਿ ਦੋ ਵਾਹਿਗੁਰੂ। ਹੁਣ ਗੁਰੂ ਜੀ ਕਹਿੰਦੇ ਨੇ ਕਿ ਆਸਾੜ ਤਪੰਦਾ ਤਿਸ ਲਗੇ, ਹਰ ਨਾਹਨ ਜਿੰਨਾ ਪਾਸ। ਜਗ ਜੀਵਨ ਪੁਰਖ ਤਿਆਗ ਕੇ, ਮਾਨਸ ਸੰਧੀ ਆਸ। ਜਿਸ ਇਨਸਾਨ ਨੇ ਉਸ ਪਰਮਾਤਮਾ ਨੂੰ ਤੇ ਛੋੜ ਦਿੱਤਾ, ਪਰਮਾਤਮਾ ਨੂੰ ਤੇ ਭੁੱਲ ਗਿਆ, ਤੇ ਇਨਸਾਨ ਦੇ ਉੱਤੇ ਉਸਨੇ ਆਪਣੀ ਟੇਕ ਰੱਖ ਦਿੱਤੀ। ਸੁਖਮਨੀ ਸਾਹਿਬ ਦੇ 5ਵੇਂ ਪਾਤਸ਼ਾਹ ਦੀ ਬਾਣੀ ਆਪਾਂ ਪੜ੍ਹਨੇ ਆ ਕਿ ਮਨ ਕੀ ਟੇਕ ਬਿਰਥੀ ਸਭ ਜਾਨ, ਦੇਵਨ को एक है भगवान। जिसके दिए रहे अघाए, बहुर ना तृष्णा लागे आए। आदमी कोलो तू मदद मंगेगा, अज मंगेगा कल दे देगा, फिर मंगेगा फिर दे देगा। कोई 2 वेरी देवेगा, कोई 4 वेरी देवेगा, ते जितनी वेरी देवेगा वो गा गा के दूसरे ਨੂੰ ਸੁਣਾਏਗਾ कि फलाने आदमी दी मैं ए मदद कीती सी। ਹੁਣ ਗੁਰੂ ਜੀ ਕਹਿੰਦੇ ਕਿ ਜਦੋਂ ਪਰਮਾਤਮਾ ਦਿੰਦਾ ਨਾ ਪਿਆਰੀ ਸਾਧ ਸੰਗਤ, जिसके दिए रहे अघाए, बहुर न तृष्णा लागे आए। अगर परमात्मा दी दित्तियां हुई दातां दा आनंद माणदा है इंसान, फिर बार बार उसनूं इस चीज दी भुख नहीं लगदी, उसनूं इस चीज दी प्यास नहीं लगदी। एक जगह ते 5वें पातशाह कहंदे ने कि प्यारिया, ਇਹ ਜਿਹੜੀ ਤਪਸ਼ ਹੈ ਨਾ, अगर इसनूं तू बुझाना है, बेशक चंदन का लेप तू अपने शरीर ते कर ले, बेशक तू चांदनी रात दे अंदर ठंड दे अंदर बैठ जा, ये तपश तेरी फिर भी नहीं बुझेगी। अगर इस तपश नूं बुझाना है तो उसका तरीका केवल एक है, वो है परमात्मा दा नाम जपना। चंदन चांदना सूरज रुत, मूल न बिटही घाम। शीतल थी वै नानका, जब पंदड़ो हरना। जिथों तक तू परमात्मा दा नाम नहीं जपेगा, ते इसदी तरीका की है प्यारी साथ? एयर कंडीशन दे नाल नहीं, ठंडिया हवा दे नाल नहीं, ठंडे मौसम दे अंदर नहीं। जिस जगह ते बर्फ पई पैंदी है ना पहाड़ा दे अंदर, अगर इंसान उत्थे भी चला जाता है प्यारी साध संगत, अगर अंदर तपश है, अंदर विकार ने ना, फिर वो विकारां दी अग कदी बुझ नहीं सकती। उसका तरीका अगर दस्या गुरु जी ने, तो केवल एक उस परमात्मा दा नाम। दूए भाई भी गुच्ची है, गल पईस जम की फास। जेहा बीजै सो लुणै, मथे जो लिखियास। जिहड़ा इंसान द्वैत भाव दे विच पै जांदा है, दूजे भाव विच पै जांदा है, परमात्मा नूं भुल के ते दूजियां दा आसरा तकदा है। गुरु जी कहने कि गल पईस जम की फास, ते जेहा बीजै सो लुणै, मथे जो लिखियास। कह दो वाहिगुरू। ਇਹ ਜਿਹੜੀ ਪੰਕਤੀ ਨੇ ਨਾ ਪਿਆਰੀ ਸਾਧ ਸੰਗਤ, जेहा बीजै सो लुणै, मथे जो लिखियास। ਅਸੀਂ ਇਹ ਸਮਝਨੇ ਆ
कि मत्थे दे अंदर परमात्मा ने जो साडे लेख लिख दिते ने ना, वो लेख इंसान नूं भुगतने पैणगे। इस गल पासे थोड़ा ध्यान देना है प्यारी साध संगत। अज का जो मेरा मौजू है ना, आपां इस गल उत्ते थोड़ा ध्यान देना है। इंसान दे दो तरह के कर्म ने। एक कर्म ने जिहड़े असीं वर्तमान दे अंदर कर रहे हैं, ते एक कर्म वो ने जिन्हां कर्मां नूं संचित करके असीं अपने नाल लैके आउंदे हां। ये दोनों कर्म इंसान दे नाल चलदे ने। संचित कर्म पिछले जन्म च कीते, उस तो पिछले जन्म च कीते, उस तो पिछले जन्म च कीते, वो कर्म इंसान दे नाल चलदे ने। उसदा एक उदाहरण है कि एक बच्चा पैदा हुंदा है किसी सेठ दे घर, किसी वड्डे व्यापारी दे घर, किसी वड्डे बिजनेसमैन दे घर, सारी उम्र सुख भोगदा है। एक बच्चा पैदा हुंदा है, वो जन्म तो गरीब है, जन्म तो वो दुखी है, उसके शरीर अंदर कोई रोग है। हुण सोचना है प्यारी साध संगत, उसने कोई अच्छे कर्म नहीं कीते, उसने कोई बुरे कर्म नहीं कीते। उसनूं अगर कोई जन्म अच्छी जगह ते मिल गया, अच्छे घर च मिल गया, उसके पीछे उसके पिछले कमाए हुए कर्म ने, पिछले कर्म। हुण जिहड़े अज असीं वर्तमान च काम कर रहे हैं, एक कर्म ही इंसान दे नाल चल रहे हैं। मत्थे जो लिखियास का मतलब ये ना समझना कि परमात्मा ने साडे मत्थे दे अंदर कर्म लिख दिते ने। नहीं प्यारी साध संगत, इस बारे थोड़ा सोचना पएगा। मत्थे दे अंदर साडा की है? मत्थे दे अंदर है साडा दिमाग। कह दो वाहिगुरू। हुण उस दिमाग दे नाल असीं जिहड़े कर्म करने ने ना, अपनी सोच दे नाल जिहड़े असीं कर्म करने ने, उन्हां दा फल सानूं जरूर प्राप्त होना है। कह दो वाहिगुरू। आम तौर ते कह दिता जाता है ये कर्म परमात्मा ने लिख दिते, ये ते सानूं भोगने पैणगे। नहीं प्यारी साध संगत, जदों पैदा होने दे नाल साडे पूर्वले कर्म साडे नाल आ गए, बाकी जदों जन्म हो गया ना प्यारी साध संगत, उस तो बाद कर्म करन दी सानूं आज़ादी मिल गई। फिर असीं कर्म करने अपने दिमाग नूं यूज करके। इस मत्थे जो लिखियास, इस मत्थे दे विच जो सानूं परमात्मा ने दिमाग दिता है, उस दी वरतों असीं किवें कर रहे हां। हुण एक बच्चा है, मां बाप कहंदे ने बेटा पढ़ लै, वो कहंदा जी मैं नहीं पढ़ना, उनका पढ़ाई च मन नहीं लगता। हुण होएगा कि आखिरकार रिजल्ट ये निकलेगा प्यारी साध संगत, उस बच्चे नूं जाके मजदूरियां करनियां पैणगियां, उसनूं लेबर करनी पैगी, उसनूं रक्षा चलाना पैगा, उसनूं जाके छोटा कोई ना कोई काम करना पैगा। ते जिहड़ा बच्चा पढ़ गया, मां बाप का कहना मान लिया, वो बच्चा पढ़ के कोई डॉक्टर बन गया, कोई इंजीनियर बन गया। हुण इत्थे असीं रब नूं कोई दोष दे सकने आ? मां बाप ते दोनों बच्चे नूं पढ़ाना चाहते सी भी बेटा तू भी पढ़ ते तू भी पढ़। एक बच्चा नलायक वो पढ़िया नहीं, फिर असीं दोष किस नूं देने आ? असीं दोष परमात्मा नूं दे देने आ। माफ करना प्यारी साध संगत, जिहड़ा शब्द आपां पढ़िया ना, एक पिता एकस के हम बारक, वो दोनों दे दोनों बच्चे, केवल दोनों बच्चे नहीं प्यारी साध संगत, पूरा दा पूरा जो संसार है वो परमात्मा दी औलाद है। हुण साडे घर दो बच्चे होवन, कदी मां बाप ये नहीं चाहता कि मेरा ए बच्चा गरीब हो जावे, मेरा ए बच्चा अमीर हो जावे, ए मेरा बच्चा दुखी रवे, ए मेरा बच्चा सुखी रवे। अगर असी नहीं कर सकते ऐसा, वो परमात्मा क्यों करेगा प्यारी साध संगत? परमात्मा भी कदी ऐसा नहीं करता। चार गल्लां दा ध्यान करना है आपां। ठीक है, असी चारों वेद नहीं पढ़ सकते, ना सानू समझ आउंदी, ना असी पढ़ सकते, ना असी शास्त्र पढ़ सकते, ना असी सिमरतियां पढ़ सकते, ना असी गुरु ग्रंथ साहिब जी की बाणी पढ़ सकते। बाकी चार गल्लां आपां ध्यान रख सकने हैं। वो गल्लां किहड़ियां ने प्यारी साध संगत? सब तो पहली जिहड़ी चीज असी जीवन च वरतनी है ना, वो है साडी समझदारी। समझदारी एक है साडी वफादारी, एक है साडी जिम्मेदारी, ते एक है साडी ईमानदारी। कह दो वाहिगुरू। ये चार चीज़ां ने। हर बंदा नहीं पढ़ सकता। मैं गुरबाणी पढ़ सकना, मैं तुहानू प्रेरणा कर सकना बई पढ़ो, असीं नहीं पढ़ सकते। मैनूं छोटी जी गल याद आई। एक ब्राह्मण बड़ा विद्वान प्यारे साध संगत,
ਹੁਣ ਜਿੱਥੇ ਵੀ ਜਾਇਆ ਕਰਦਾ ਸੀ ਨਾ, ਉਹ ਕੇਵਲ ਆਪਣੀ ਵਿਦਤਾ ਦੀ ਗੱਲ ਕਰਨਾ, ਬਈ ਤੈਨੂੰ ਫਲਾਣਾ ਸ਼ਲੋਕ ਆਉਂਦਾ ਹੈ? ਉਹ ਕਹਿੰਦਾ ਜੀ ਨਹੀਂ। ਕਹਿੰਦੇ ਫਿਰ ਤੂੰ ਕੀ ਖੱਟਿਆ? ਤੈਨੂੰ ਫਲਾਣੇ ਇਹ ਪਦ ਆਉਂਦਾ, ਫਲਾਣੀ ਉਸ ਦਾ ਕਿਤਾਬ ਦਾ? ਉਹ ਕਹੇ ਜੀ ਨਹੀਂ। ਫਿਰ ਤੂੰ ਕੀ ਖੱਟਿਆ? ਤੇਰਾ ਜੀਵਨ ਤੇ ਨਿਰਾਰਥ ਗਿਆ। ਇੱਕ ਦਿਨ ਹੋਇਆ ਪਿਆਰੀ ਸਾਧ ਸੰਗਤ ਤੋਂ ਬੈਠ ਗਿਆ ਇੱਕ ਨਾਵ ਦੇ ਅੰਦਰ। ਨਾਵ ਦੇ ਅੰਦਰ ਬੈਠਾ ਤੇ ਉਸਦੀ ਬਹਿਸ ਹੋ ਗਈ। ਜਿਹੜਾ ਨਾਵ ਚਲਾਉਣ ਵਾਲਾ ਸੀ ਉਸ ਨਾਲ ਬਹਿਸ ਹੋ ਗਈ। ਉਹਨੂੰ ਕਹਿੰਦੇ ਵੀ ਕਦੀ ਪਾਠ ਪੂਜਾ ਕੀਤੀ ਹੈ? ਉਹ ਕਹਿੰਦੇ ਨਹੀਂ ਜੀ ਮੈਂ ਤੇ ਕਦੀ ਨਹੀਂ ਕੀਤੀ, ਮੇਰੇ ਕੋਲ ਤੇ ਸਮਾਂ ਨਹੀਂ ਆਉਂਦਾ। ਕਹਿਣ ਲੱਗਾ ਤੇਰਾ ਜਨਮ ਐਵੇਂ ਗਿਆ, ਤੂੰ ਕੁਝ ਨਹੀਂ ਕਰ ਸਕਦਾ, ਤੂੰ ਮਰੇਗਾ ਹੀ ਮਰੇਗਾ, ਤੂੰ ਨਰਕ ਚ ਪਏਗਾ ਹੀ ਪਏਗਾ। ਹੁਣ ਹੋਇਆ ਕੀ ਪਿਆਰੀ ਸਾਧ ਸੰਗਤ, ਥੋੜੀ ਦੇਰ ਤੋਂ ਬਾਅਦ ਦਾ ਤੂਫਾਨ ਆਇਆ ਬੜੀ ਜ਼ੋਰ ਦਾ, ਤੇ ਨਾव ਉਲਟਣੀ ਸ਼ੁਰੂ ਹੋ ਗਈ। ਤੇ ਉਹ ਜਿਹੜਾ ਨਾव ਚਲਾਉਣ ਵਾਲਾ ਮਲਾਹ ਸੀ ਨਾ, ਪੁੱਛਦਾ ਪੰਡਤ ਜੀ ਤੁਹਾਨੂੰ ਤਰਨਾ ਵੀ ਆਉਂਦਾ ਹੈ? ਉਹ ਕਹਿੰਦਾ ਜੀ ਨਹੀਂ ਮੈਨੂੰ ਤੇ ਤਰਨਾ ਨਹੀਂ ਆਉਂਦਾ। ਕਹਿਣ ਲੱਗਾ ਪੰਡਤ ਜੀ ਫਿਰ ਤੁਸੀਂ ਗਏ ਹੀ ਗਏ, ਕਹਿ ਦੋ ਵਾਹਿਗੁਰੂ। ਕਾਰਨ ਕੀ ਹੈ ਪਿਆਰੀ ਸਾਧ ਸੰਗਤ? ਮੈਂ ਸੋਚਾਂਗਾ ਜਿਤਨੀ ਗੁਰਬਾਣੀ ਮੈਂ ਪੜ੍ਹ ਸਕਣਾ ਸਾਰੇ ਪੜ੍ਹ ਸਕਣ, ਨਹੀਂ ਪੜ੍ਹ ਸਕਦੇ। ਹੁਣ ਕੋਈ ਬੰਦਾ ਡਾਕਟਰ ਹੈ ਪਿਆਰੀ ਸਾਧ ਸੰਗਤ, ਬੇਸ਼ੱਕ ਪੜ੍ਹ ਗਿਆ, ਡਾਕਟਰ ਦੀ ਆਪਣੀ ਲਾਈਨ ਹੈ, ਇੰਜੀਨੀਅਰ ਦੀ ਆਪਣੀ ਲਾਈਨ ਹੈ, ਇੱਕ ਵਪਾਰੀ ਦੀ ਆਪਣੀ ਲਾਈਨ ਹੈ, ਵਕੀਲ ਦੀ ਆਪਣੀ ਲਾਈਨ ਹੈ। ਹਰ ਬੰਦਾ ਆਪਣੀ ਲਾਈਨ ਦੇ ਅੰਦਰ ਮਾਹਰ ਹੁੰਦਾ ਹੈ। ਹਾਂ, ਸਮਝਦਾਰ ਬੰਦਾ ਉਹ ਹੈ ਜਿਹੜਾ ਹਰ ਪਾਸੇ ਦੀ ਨੌਲੇਜ ਰੱਖੇ। ਇਹ ਜ਼ਰੂਰੀ ਹੈ ਸਾਡੇ ਵਾਸਤੇ ਨਾਮ ਜਪਣਾ। ਇਹ ਕੌਣ ਕਿਤਨਾ ਕਰ ਰਿਹਾ ਹੈ? ਸੰਤ ਮਹਾਂਪੁਰਸ਼ ਪਿਆਰੇ ਉਹ ਤੇ ਅੱਠੇ ਪੈਰ ਕਰਦੇ ਨੇ, ਸਾਨੂੰ ਪ੍ਰੇਰਨਾ ਵੀ ਕਰਦੇ ਨੇ ਇਸ ਚੀਜ਼ ਦੀ ਕਿ ਹਮੇਸ਼ਾ ਸਵਾਸ ਸਵਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਦ। ਪਿਆਰੇ ਅਗਰ ਮਨ ਦੀ ਚਿੰਤਾਵਾਂ ਨੂੰ ਦੂਰ ਕਰਨਾ ਹੈ ਨਾ, ਤਾਂ ਸਵਾਸ ਸਵਾਸ ਤੋਂ ਪ੍ਰਮਾਤਮਾ ਦੀ ਬੰਦਗੀ ਕਰ। ਹਰ ਕੋਈ ਕਰ ਨਹੀਂ ਸਕਦਾ। ਹਾਂ, ਇਤਨਾ ਆਪਾਂ ਜ਼ਰੂਰ ਕਰ ਸਕਨੇ ਆ। ਜਿਹੜੀ ਚਾਰ ਗੱਲਾਂ ਦਾ ਮੈਂ ਜ਼ਿਕਰ ਕਰਨ ਲੱਗਾ, ਸਭ ਤੋਂ ਪਹਿਲੀ ਗੱਲ ਹੈ ਸਮਝਦਾਰੀ। ਇਨਸਾਨ ਜਦੋਂ ਵੀ ਕੋਈ ਕਰਮ ਕਰੇ ਨਾ, ਪਰਮਾਤਮਾ ਨੇ ਸਾਨੂੰ ਸਮਝਦਾਰੀ ਦਿੱਤੀ ਹੈ, ਪਰਮਾਤਮਾ ਨੇ ਸਾਨੂੰ ਦਿਮਾਗ ਦਿੱਤਾ ਹੈ। ਇੱਥੇ ਅਸੀਂ ਉਸ ਦਿਮਾਗ ਦੀ ਵਰਤੋਂ ਜ਼ਰੂਰ ਕਰੀਏ। ਅਗਰ ਅਸੀਂ ਵਰਤੋਂ ਨਹੀਂ ਕਰਦੇ, ਦਿਮਾਗ ਪਰਮਾਤਮਾ ਨੇ ਦਿੱਤਾ, ਉਸ ਦੀ ਵਰਤੋਂ ਨਹੀਂ ਕੀਤੀ, ਇਸ ਦਾ ਮਤਲਬ ਅਸੀਂ ਆਪਣੇ ਜੀਵਨ ਦੇ ਨਾਲ ਨਾ ਇਨਸਾਫੀ ਕੀਤੀ ਹੈ। ਪਰਮਾਤਮਾ ਦੇ ਦਿੱਤੇ ਹੋਏ ਦਿਮਾਗ ਦੀ ਅਸੀਂ ਵਰਤੋਂ ਨਹੀਂ ਕੀਤੀ। ਫਿਰ ਅਗਰ ਕੋਈ ਸਾਡੇ ਕੋਲ ਗਲਤੀ ਹੋ ਜਾਂਦੀ ਹੈ ਨਾ, ਅਸੀਂ ਵਰਤੋਂ ਨਹੀਂ ਕੀਤੀ, ਸਾਡੇ ਕੋਲ ਡਰਾਈਵਿੰਗ ਲਾਇਸੈਂਸ ਵੀ ਹੈ, ਅਸੀਂ ਗੱਡੀ ਚਲਾਉਂਦੇ ਆ, ਹੁਣ ਅਗਰ ਅਸੀਂ ਲਾਪਰਵਾਹੀ ਨਾਲ ਚਲਾਵਾਂਗੇ, ਉਹਦੇ 'ਚ ਐਕਸੀਡੈਂਟ ਹੋ ਜਾਵੇ, ਅਸੀਂ ਉਲਾਮਾ ਦੇਨੇ ਆ ਪਰਮਾਤਮਾ ਨੂੰ, ਬਈ ਇਹ ਪਰਮਾਤਮਾ ਨੇ ਕਰਨਾ ਸੀ, ਐਸਾ ਹੋ ਗਿਆ। ਨਹੀਂ ਪਿਆਰੀ ਸਾਧ ਸੰਗਤ, ਪਰਮਾਤਮਾ ਨੇ ਸਾਨੂੰ ਦਿਮਾਗ ਦਿੱਤਾ ਹੈ, ਅਸੀਂ ਉਸ ਦਿਮਾਗ ਦੀ ਵਰਤੋਂ ਕਰਨੀ ਹੈ। ਅਗਰ ਵਰਤੋਂ ਕਰਾਂਗੇ, ਇੱਕ ਆਦਮੀ ਨਾ ਪੜ੍ਹ ਕੇ ਮਜ਼ਦੂਰ ਬਣ ਸਕਦਾ ਹੈ, ਇੱਕ ਆਦਮੀ ਨਾ ਪੜ੍ਹ ਕੇ ਗਰੀਬ ਬਣ ਸਕਦਾ ਹੈ, ਇੱਕ ਆਦਮੀ ਆਪਣੇ ਸਰੀਰ ਦੀ ਹਿਫਾਜ਼ਤ ਨਾ ਕਰਕੇ ਬਿਮਾਰ ਹੋ ਸਕਦਾ ਹੈ। ਇਹ ਸਾਨੂੰ ਬਿਮਾਰੀਆਂ ਕਿਉਂ ਲੱਗਦੀਆਂ ਨੇ? ਇਹਦੇ ਪਿੱਛੇ ਵੀ ਸਾਡੀ ਨਾ ਸਮਝਦਾਰੀ ਹੈ। ਅਗਰ ਸਮਝਦਾਰੀ ਕਰੀਏ, ਹਰ ਚੀਜ਼ ਨੂੰ ਤਰੀਕੇ ਨਾਲ ਖਾਈਏ। ਮੈਂ ਇੱਕ ਮਹਾਂਪੁਰਸ਼ਾਂ ਦੇ ਬਚਨ ਪੜ੍ਹ ਰਿਹਾ ਸੀ, ਵੈਦ ਸਿੱਖ ਬੜਾ ਵੱਡਾ ਪਿਆਰੀ ਸਾਧ ਸੰਗਤ, ਉਹ ਕਹਿੰਦੇ ਕਿ ਸਾਡੇ ਜੀਵਨ ਦੇ ਅੰਦਰ ਜਿਹੜੀਆਂ 80% ਬਿਮਾਰੀਆਂ ਨੇ, ਅਸੀਂ ਉਹਨਾਂ ਦਾ ਇਲਾਜ ਆਪ ਕਰ ਸਕਨੇ ਆ। ਉਹਦਾ ਤਰੀਕਾ ਉਹਨਾਂ ਨੇ ਦੱਸਿਆ, ਥੋੜਾ ਵਿਆयाम ਕੀਤਾ ਜਾਵੇ, ਥੋੜਾ ਜਿਹਾ ਯੋਗਾ ਅਭਿਆਸ ਕੀਤਾ ਜਾਵੇ, ਥੋੜਾ ਜਿਹਾ ਅਸੀਂ ਆਪਣੇ ਖਾਣ ਪੀਣ ਦੇ ਤਰੀਕੇ ਨੂੰ ਧਿਆਨ ਦੇ ਨਾਲ ਰੱਖੀਏ, ਸਾਡਾ ਸਰੀਰ ਜੋ ਹੈ ਤੰਦਰੁਸਤ ਰਹੇਗਾ। ਪੁਰਾਣੇ ਸਮੇਂ ਦੇ ਕੀ ਹੁੰਦਾ ਸੀ, ਇਨਸਾਨ ਧਰਤੀ ਦੇ ਨਾਲ ਜੁੜਿਆ ਰਹਿੰਦਾ ਸੀ। ਅਸੀਂ ਅੱਜ ਧਰਤੀ ਦੇ ਨਾਲ ਨਹੀਂ ਜੁੜੇ ਪਿਆਰੀ ਸਾਧ ਸੰਗਤ, ਅਸੀਂ ਹਕੀਕਤ ਦੇ ਨਾਲ ਨਹੀਂ ਜੁੜੇ। ਅਗਰ ਅਸੀਂ ਪਾਣੀ ਵੀ ਪੀਣਾ ਹੈ ਨਾ, ਸਾਨੂੰ ਬੋਤਲਾਂ ਵਾਲਾ ਪਾਣੀ ਚੰਗਾ ਲੱਗਦਾ ਹੈ, ਖੂਹ ਦਾ ਪਾਣੀ ਸਾਨੂੰ ਅੱਜ ਮਿਲਦਾ ਨਹੀਂ। ਅਸੀਂ ਅਗਰ ਕੋਈ ਚੀਜ਼ਾਂ ਖਾਣੀਆਂ ਨੇ, ਅਸੀਂ ਨੈਚੁਰਲ ਚੀਜ਼ਾਂ ਖਾਣ ਦੀ ਬਜਾਏ ਅਸੀਂ ਜਿਨ੍ਹਾਂ ਅੰਦਰ ਦਵਾਈਆਂ ਪਾ ਪਾ ਕੇ ਅੱਜ ਸਾਨੂੰ ਖਵਾਇਆ ਜਾਂਦਾ ਹੈ ਨਾ, ਉਹ ਸਾਡੇ ਸਰੀਰ ਨੂੰ ਖਰਾਬ ਕਰ ਰਹੀਆਂ ਨੇ। ਅੱਜ ਤੋਂ 40 ਸਾਲ ਪਹਿਲੇ ਬਿਮਾਰੀਆਂ ਕਿਉਂ ਨਹੀਂ ਹੁੰਦੀਆਂ ਸੀ? ਧਰਤੀ ਉਹੀਓ ਹੈ, ਜ਼ਮੀਨ ਉਹੀਓ ਹੈ। ਉਸ ਦੇ ਪਿੱਛੇ ਕਾਰਨ ਕੀ ਹੈ ਪਿਆਰੀ ਸਾਧ ਸੰਗਤ? ਸਾਡਾ ਖਾਣ ਦਾ ਤਰੀਕਾ ਬਦਲ ਗਿਆ। ਉਸ ਕਰਕੇ ਸਾਨੂੰ ਦਿਮਾਗ, ਹੁਣ ਸਭ ਤੋਂ ਪਹਿਲੀ ਗੱਲ ਜਿਹੜੀ ਮੈਂ ਕਰ ਰਿਹਾ ਸੀ, ਸਮਾਂ ਜ਼ਿਆਦਾ ਨਹੀਂ ਹੈ, ਸਮਝਦਾਰੀ ਦਾ ਇਨਸਾਨ ਦੇ ਅੰਦਰ ਹੋਣਾ ਬੜਾ ਜ਼ਰੂਰੀ ਹੈ। ਜੋ ਪਰਮਾਤਮਾ ਨੇ ਸਾਨੂੰ ਦਿਮਾਗ ਦਿੱਤਾ ਹੈ, ਅਸੀਂ ਉਸ ਦੀ ਵਰਤੋਂ ਕਰੀਏ ਤਰੀਕੇ ਨਾਲ। ਅਸੀਂ ਹਰ ਗੱਲ ਦੇ ਉੱਤੇ ਪਰਮਾਤਮਾ ਨੂੰ ਦੋਸ਼ ਨਾ ਦੇਈਏ ਕਿ ਇਹ ਪਰਮਾਤਮਾ ਨੇ ਕੀਤਾ ਤਾਂ ਇਹ ਮੇਰੇ ਨਾਲ ਕੰਮ ਹੋਇਆ। ਨਹੀਂ ਪਿਆਰੀ ਸਾਧ ਸੰਗਤ, ਇਹ ਸਾਡੇ ਆਪਣੇ ਕੀਤੇ ਹੋਏ, ਜਿਹਾ ਬੀਜੈ ਸੋ ਲੁਣੈ,
ਕਰਮਾ ਸੰਦੜਾ ਖੇਤ। परमात्मा ने साडे मत्थे ते की लिखिया है? मत्थे ते कुछ लिखिया नहीं। अज तुसी पढ़ लो, वड्डे वड्डे विद्वानां दे कोल पढ़ा लो, साडे मत्थे दे अंदर कोई चीज ऐसी टाइप करके परमात्मा ने नहीं रख दी। मत्थे दे अंदर परमात्मा ने सानू दिमाग दिता है, उस दिमाग की सो वरतों करनी है। सही वरतों करांगे तो सब कुछ ठीक हो जाएगा। दिमाग की गलत वरतों करांगे उस नाल दुख भी आएंगे, उस नाल गरीबी भी आवेगी, उस नाल साडे शरीर ते रोग भी आएंगे, उस दे नाल साडे संबंध भी टुट जाएंगे। हुण संबंध की है? ये प्यार का संबंध है ते सानू पता है इस गल दा। असी की करने आ? क्रोध दे अंदर आके, गुस्से दे अंदर आके, अपनी ईगो करके असी दूजे नाल अपने संबंध तोड़ लैने आ। ये की है? असी दिमाग की सही वरतों नहीं कीती, असी समझदारी नाल काम नहीं लिया। अगर ओही उस समझदारी का काम असी थोड़ी जी नम्रता वरत लईए, जिस टाइम सानू क्रोध आउंदा है थोड़ी जी नम्रता वरत लईए, उस संबंध साडा बन जाएगा। प्यारी साध संगत, अगे तो अच्छा संबंध बन जाएगा। दिमाग की वरतों, समझदारी, सब तो पहली चीज याद रखनी है, वो है समझदारी। ते दूजी गल है प्यारी साध संगत, जिम्मेवारी। जिथों तक असी अपनी जिम्मेवारी नहीं समझांगे, वो चाहे मुलाजम है, वो चाहे व्यापारी है, वो चाहे दुकानदार है, वो चाहे घर बार वाला है, अपनी जिम्मेवारी नूं समझे। बाप दी की जिम्मेवारी है वो समझे, पुत्र दी की जिम्मेवारी है वो समझे, सस दी की जिम्मेवारी है वो समझे, नौ दी की जिम्मेवारी है वो समझे। अपनी समझ नूं, एक आदमी टीचर है वो अपनी जिम्मेवारी नूं समझे, एक आदमी बड़ा ऑफिसर है वो अपनी जिम्मेवारी नूं समझे, एक बिजनेसमैन आदमी है किसी चीज की प्रोडक्शन करता है वो अपनी जिम्मेवारी नूं समझे। इत्थों तक अगर कोई आदमी एग्रीकल्चर करता है वो भी अपनी जिम्मेवारी नूं समझे कि मैं ठीक है, मैं प्रोडक्शन ज्यादा देनी है, बाकी मैं दवाइयां दे टीके लगा लगा के इन्हां दवाइयां, इन्हां जिहड़ियां सब्जियां ने ना, मैं रातों रात नूं डबल या ट्रिपल नहीं कर देना। अगर वो ईमानदारी दे नाल अपने काम करदा है, वो अपनी जिम्मेवारी नूं समझदा है, प्यारी साध संगत, उनदे वास्ते भी उसका भला होएगा ते आम इंसानां दे वास्ते उसका भला होएगा। कह दो वाहिगुरू। ते तीजी गल है प्यारी साध संगत, वफादारी। हर किसी नाल वफादारी करिए, असीं हर किसी असीं प्यार दे नाल बोलीए, सानू सारे अपने लगन। क्यों कि एक पिता एकस के हम बारक, तू मेरा गुरहाई। गुरु जी कहने एक मित्र नूं कह रहे ने कि हे मित्र, आपां दा पिता कौन है? साडा पिता इक्को, एक पिता एकस के हम बारक। असी ये ना समझिए ए हिंदू है, ए सिख है, ए मुसलमान है, ए ईसाई है, नहीं, असी ऐसा नहीं समझना। असी अपनी वफादारी नूं कायम रखिए प्यारी साध संगत, वफादार बन के असी कर्म करिए। ते चौथी गल है ईमानदारी। ईमानदारी दे नाल अपना काम करना, उस दे विच बेईमानी नहीं करनी, जिस दे बारे गुरु नानक देव जी महाराज ने सब तो पहली गल कह दी सी कि 10 नौवां दी किरत करनी है। हुण 10 नौवां दी किरत की हुंदी है प्यारी साध संगत? वो किरत यही है कि ईमानदारी दी आपां काम करिए। ईमानदारी जिहड़ा इंसान इन्हां 4 गुणां नूं अपने पल्ले बन लवे, बड़ी अच्छी गल। अगर गुरु ग्रंथ साहिब जी दे चरनी लगे ते पाठ करदा है, उत्थों उपदेश सिखदा है, बड़ी अच्छी गल। रामायण नूं मनदा है, रामायण पढ़दा है, भगवान राम जी दा करैक्टर, उन्हां 4 भरावां दा करैक्टर ते दूजे पासे रावण दा करैक्टर अगर आपां वेखी कि सानू किहड़ा चंगा लगदा है। अज दुनिया दे अंदर कोई आदमी अपने बच्चे दा नां रावण रख के खुश नहीं है, इतना बदनाम हो गया उसका नाम, उसने एक गलती की। इन्हां चीज़ां नूं आपां ध्यान रखिए प्यारी साध संगत। सब तो पहले समझदारी, दूसरी है वफादारी, तीसरी है जिम्मेवारी ते चौथी है ईमानदारी। ये सब चीज़ां साडे अपने मस्तक दे उत्ते साडे दिमाग करके सानू प्राप्त होनियां ने, जिन्हां दा जिक्र कीता है पंजवें पातशाह जी ने कि जेहा बीजै सो लुणै, मत्थे जो लिखियास, रैन वेहानी पछतानी, उठ चली गई निरास। अगर रात बीत जावे ना, इत्थे रात का जिक्र है उम्र आन ते प्यारी साध संगत। अगर इंसान की उम्र ते बीत गई
ते उम्र बीतन तो बाद उसनू याद आवे हुण तां मैं 70 साल दा हो गया, 80 साल दा हो गया, मैं अजे तक नामदान नहीं लिया, की होएगा? होना की है प्यारी साध संगत? अब पछताए होत क्या, जब चिड़िया चुग गई खेत। इस समझते इंसान नू बचपन तो आ जाती है, सच्चाई का पत तो लग जाता है, इंसान की लापरवाही उसको दूर कर देंदियां ने। हुण गुरु जी कह रहे ने कि जिनको साधु भेटी है सो दर गए हुए खलास, कर कृपा प्रभ अपनी तेरे दर्शन होए प्यास। जिन्होंने साधु मिल जाता है, जिन्होंने साध की संगत मिल जाती है, जिन्होंने गुरु का प्यार ते आशीर्वाद मिल जाता है, प्यारी साध संगत। गुरु जी कहने कि जिनको साधु भेटी है सो दर गए होए खलास, उन्होंने दरगाह विच खलासी हो जाती है। कर कृपा प्रभ अपनी तेरे दर्शन होए प्यास। हे परमात्मा जी मेरे ते कृपा करो, मेरे मन में तुहाडे दर्शनां दी प्यास लग जावे। प्रभ तुद बिन दूजा को नहीं, नानक की अरदास। आषाढ़ सुहंदा तिस लगे, जिस मन हर चरण निवास। ये हाड़ का महीना उन्हां दे वास्ते सुखदाई हुंदा है, प्यारी साध संगत, जिन्हां दा मन उस परमात्मा दे चरनां दे नाल जुड़ जाता है। आपां शब्द पढ़िया सी, एक मित्र दूजे मित्र नूं पुछ रहा है कि सुन मीता, जियो हमारा बल बल जासी, हर दर्शन देहो दिखाई। सुन मीता धूड़ी को बल जाई। हे मेरे मित्र मेरी गल नूं सुन, मैं परमात्मा दे चरनां दी धूड़ी तो बलिहार जांदा हां, तू कृपा कर ते मैनूं परमात्मा नूं मिलण दा रस्ता दस दे। तां फिर अगला मित्र की कहंदा है प्यारी साध संगत जी? ओ मित्र कहंदा कि सुन मीता, मान न कीजै शरण परिजै, करे सो भला मनाइए। सुन मीता जियो पिंड सब तन अर्पीजै, इउं दर्शन हर जियो पाइए। फिर दूजा मित्र तरीका दस रहा है, परमात्मा नूं मिलन दा तरीका दस रहा है कि मान न कीजै शरण परिजै, करे सो भला मनाइए। एक ते मान ना करिए, एक उनके चरणों के नाल जुड़ जाइए, ते जो करे सो भला मनाइए। वो दुख देवे तां भी भला, वो सुख देवे तां भी शुकराना, वो गरीबी देवे तां भी भला, वो अगर धनवान बना देवे तो फिर भी उसका शुकराना। एक ही है उस हुक्म के अंदर चलना। ते नाल फिर की कह देता कि मान न कीजै शरण परिजै, करे सो भला मनाइए। सुन मीता जियो पिंड सब तन अर्पीजै, इउं दर्शन हर जियो पाइए। अपना तन, अपना मन, अपना शरीर अपने गुरु नूं अर्पण कर दिओ, फिर इस तरीके नाल परमात्मा दे दर्शन ते दीदारे प्राप्त होंदे। आओ प्यारी साध संगत शब्द दी पंक्तियां आपां पढ़ीए, फिर उस तो बाद थोड़े समय वास्ते आपां सिमरन दे नाल जुड़ना है। गुरु जी की कह रहे ने, एक पिता एकस के हम बारक, तू मेरा दर्शन दे हो दिखाई, हर दर्शन दे हो दिखाई। एक पिता एकस के हम बारक,